ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਤਰਕ ਵੇਦ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਪ੍ਰਸ਼ੰਸਾ। ਪ੍ਰਸ਼ੰਸਾ ਦਾ ਮਹੱਤਵ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਪ੍ਰਸ਼ੰਸਾ ਕਰਨ ਵਾਲਾ ਆਪ ਕਿੰਨਾ ਕੁ ਪ੍ਰਸ਼ੰਸਾਯੋਗ ਹੈ। ਬੇਨੇਮੀ ਜਾਂ ਬੇਅਸੂਲੀ ਜਾਂ ਅਣਕਮਾਈ ਪ੍ਰਸ਼ੰਸਾ ਸਾਡਾ ਕੁਝ ਸੰਵਾਰਦੀ ਘੱਟ ਹੈ ਅਤੇ ਵਿਗਾੜਦੀ ਵਧੇਰੇ ਹੈ। ਕਿਸੇ ਮੂਰਖ ਦੀ ਪ੍ਰਸ਼ੰਸਾ ਕਰਕੇ ਵੇਖੋ, ਉਹ ਆਪਣੀ ਮੂਰਖਤਾ ਦੇ ਅਨੇਕਾਂ ਨਵੇਂ ਨਮੂਨੇ ਪੇਸ਼ ਕਰਨ ਵਿੱਚ ਰੁੱਝ ਜਾਵੇਗਾ। ਕਹਿੰਦੇ ਹਨ, ਜਿਸ ਦਾ ਕੰਮ ਬੋਲਦਾ ਹੈ ਉਸ ਨੂੰ ਆਪਣੇ ਕੰਮ ਬਾਰੇ ਬੋਲਣ ਜਾਂ ਦੱਸਣ ਦੀ ਲੋੜ ਨਹੀਂ। ਕਈ ਲੋਕ ਉਸ ਕੁੱਕੜ ਵਰਗੇ ਹੁੰਦੇ ਹਨ ਜਿਸ ਨੂੰ ਭਰਮ ਹੋ ਗਿਆ ਸੀ ਕਿ ਸੂਰਜ ਤਾਂ ਉਸ ਦੇ ਬੰਗ ਦੇਣ ਨਾਲ ਹੀ ਚੜ੍ਹਦਾ ਹੈ। ਕਈ ਨੇਤਾ ਅਜਿਹੇ ਹੁੰਦੇ ਹਨ ਜਿਹੜੇ ਸਮਝਦੇ ਹਨ ਕਿ ਉਹਨਾਂ ਦੀ ਅਗਵਾਈ ਤੋਂ ਬਿਨਾਂ ਕੌਮ ਯਤੀਮ ਹੋ ਜਾਵੇਗੀ। ਲੱਖਾਂ ਲੋਕ ਅਮਰ ਹੋਣਾ ਚਾਹੁੰਦੇ ਹਨ, ਜਦੋਂ ਕਿ ਉਹਨਾਂ ਦੇ ਸਮੁੱਚੇ ਜੀਵਨ ਵਿੱਚ ਇੱਕ ਵੀ ਘੰਟਾ ਅਜਿਹਾ ਨਹੀਂ ਹੁੰਦਾ ਜਿਸ ਉੱਤੇ ਉਹ ਆਪ ਹੀ ਮਾਣ ਕਰ ਸਕਣ, ਜਿਸ ਦੇ ਆਧਾਰ ਉੱਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਜਾ ਸਕੇ। ਸੱਚੀ ਪ੍ਰਸ਼ੰਸਾ ਵਿੱਚ ਪ੍ਰਸੰਨਤਾ ਲੁਕੀ ਹੁੰਦੀ ਹੈ। ਪ੍ਰਸ਼ੰਸਾ ਪ੍ਰਾਪਤ ਕਰਨੀ ਜਿਉਂਦੇ ਰਹਿਣ ਦਾ ਪ੍ਰਮੁੱਖ ਉਦੇਸ਼ ਹੈ। ਪ੍ਰਸ਼ੰਸਾ ਪ੍ਰਾਪਤੀ ਲਈ ਮਨੁੱਖ ਔਖੇ ਤੋਂ ਔਖਾ ਕੰਮ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ। ਪਿਆਰ ਅਸਲ ਵਿੱਚ ਪ੍ਰਸ਼ੰਸਾ ਅਤੇ ਮੋਹ ਉੱਤੇ ਉਸਰਿਆ ਰਿਸ਼ਤਾ ਹੁੰਦਾ ਹੈ। ਮੁੱਢਲੇ ਰੂਪ ਵਿੱਚ ਉਹ ਰਿਸ਼ਤੇ ਦੁੱਖ ਦਿੰਦੇ ਹਨ ਜਿਹੜੇ ਨਫ਼ਰਤ ਬੀਜਦੇ ਹਨ। ਨਫ਼ਰਤ ਕੁਝ ਬਰਦਾਸ਼ਤ ਕਰਨ ਦੀ ਅਸਮਰੱਥਾ ਵਿੱਚੋਂ ਉਪਜਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਸਾਰੇ ਆਪ ਤਾਂ ਪ੍ਰਸ਼ੰਸਾ ਪ੍ਰਾਪਤ ਕਰਨੀ ਚਾਹੁੰਦੇ ਹਾਂ, ਪਰ ਸਾਨੂੰ ਦੂਜਿਆਂ ਵਿੱਚ ਕੁਝ ਵੀ ਪ੍ਰਸ਼ੰਸਾਯੋਗ ਪ੍ਰਤੀਤ ਨਹੀਂ ਹੁੰਦਾ। ਇਹੀ ਇੱਕ ਕਾਰਨ ਹੈ ਕਿ ਅਸੀਂ ਆਪਣੀ ਪ੍ਰਸ਼ੰਸਾ ਆਪ ਕਰਨ ਵਿੱਚ ਰੁੱਝ ਗਏ ਹਾਂ। ਆਪਣੀਆਂ ਤਸਵੀਰਾਂ ਸਜਾਉਣੀਆਂ, ਆਪਣੇ ਜਨਮ ਦਿਹਾੜੇ ਮਨਾਉਣੇ, ਵਿਆਹ ਦੀਆਂ ਫਿਲਮਾਂ, ਐਲਬਮਾਂ ਆਦਿ ਵੇਖਣੀਆਂ ਆਪਣੀ ਪ੍ਰਸ਼ੰਸਾ ਦੇ ਕੁਝ ਢੰਗ ਹਨ। ਮਕਾਨ ਦੀ ਚੱਠ ਕਰਨੀ ਜਾਂ ਕਿਸੇ ਵੀ ਪ੍ਰਕਾਰ ਦਾ ਇਕੱਠ ਕਰਨਾ ਅਸਲ ਵਿੱਚ ਪ੍ਰਸ਼ੰਸਾ ਪ੍ਰਾਪਤੀ ਦੇ ਉਦੇਸ਼ ਨਾਲ ਹੀ ਕੀਤਾ ਜਾਂਦਾ ਹੈ। ਹੋਰ ਤਾਂ ਹੋਰ, ਜਿੱਥੇ ਸਾਡੀ ਪ੍ਰਸ਼ੰਸਾ ਹੋਣੀ ਹੋਵੇ ਉੱਥੇ ਪਹੁੰਚਣ ਦੇ ਅਸੀਂ ਕਈ ਢੰਗ ਵਰਤਦੇ ਹਾਂ ਅਤੇ ਉੱਥੇ ਪਹੁੰਚਣ ਵਿੱਚ ਅਸੀਂ ਦੇਰ ਨਹੀਂ ਕਰਦੇ। ਸੱਚੀ ਪ੍ਰਸ਼ੰਸਾ ਉਹ ਹੁੰਦੀ ਹੈ ਜਿਹੜੀ ਨਿਰਸਵਾਰਥ ਹੋਵੇ, ਜਿਹੜੀ ਕਿਸੇ ਦੀ ਪਿੱਠ ਪਿੱਛੇ ਕੀਤੀ ਜਾਵੇ ਅਤੇ ਉਸ ਵਿਅਕਤੀ ਵੱਲੋਂ ਕੀਤੀ ਜਾਵੇ ਜਿਹੜਾ ਆਪ ਸਲਾਹੁਣਯੋਗ ਅਤੇ ਪ੍ਰਸ਼ੰਸਾਯੋਗ ਹੋਵੇ। ਬਹੁਤੀਆਂ ਹਾਲਤਾਂ ਵਿੱਚ ਪ੍ਰਸ਼ੰਸਾ ਦਾ ਅਸਲ ਅਤੇ ਛੁਪਿਆ ਹੋਇਆ ਉਦੇਸ਼ ਆਪਣੀ ਪ੍ਰਸ਼ੰਸਾ ਕਰਵਾਉਣਾ ਹੁੰਦਾ ਹੈ। ਪ੍ਰਸ਼ੰਸਾ ਬੜਾ ਹੀ ਪਤਲਾ ਜਾਲਾ ਹੈ ਜਿਸ ਵਿੱਚ ਹਰ ਕੋਈ ਫਸ ਜਾਂਦਾ ਹੈ। ਹਰ ਵਿਅਕਤੀ ਪ੍ਰਸ਼ੰਸਾ ਲਈ ਤਾਂਘ ਰਿਹਾ ਹੈ। ਅਜੇ ਉਹ ਔਰਤ ਨਹੀਂ ਜੰਮੀ ਜਿਹੜੀ ਆਪਣੀ ਸੁਭਾਵਿਕ ਸੁੰਦਰਤਾ ਨਾਲ ਸੰਤੁਸ਼ਟ ਹੋਵੇ ਅਤੇ ਜਿਹੜੀ ਆਪਣੀ ਪ੍ਰਸ਼ੰਸਾ ਤੋਂ ਅੱਕ ਗਈ ਹੋਵੇ। ਲੇਖਕਾਂ ਅਤੇ ਕਵੀਆਂ ਵਿੱਚ ਪ੍ਰਸ਼ੰਸਾ ਦੀ ਭੁੱਖ ਵਧੇਰੇ ਹੁੰਦੀ ਹੈ। ਪ੍ਰਸ਼ੰਸਾ ਚੰਗੀ ਹੀ ਤਾਂ ਹੈ ਕਿਉਂਕਿ ਇਹ ਕਦੇ ਕਦਾਈ ਹੀ ਮਿਲਦੀ ਹੈ। ਪ੍ਰਸ਼ੰਸਾ ਕੀਤੀ ਹੀ ਉਦੋਂ ਜਾ ਸਕਦੀ ਹੈ ਜਦੋਂ ਮਨ ਖੇੜੇ ਵਿੱਚ ਹੋਵੇ। ਆਮ ਕਰਕੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਜੋ ਸਾਡੀ ਪ੍ਰਸ਼ੰਸਾ ਕਰਨ, ਪਰ ਨਿੰਦਾ ਕਰਨ ਵਾਲਿਆਂ ਦੀ ਗੱਲ ਵਧੇਰੇ ਧਿਆਨ ਨਾਲ ਸੁਣੀ ਜਾਂਦੀ ਹੈ। ਜਦੋਂ ਕਿਸੇ ਦੀ ਪ੍ਰਸ਼ੰਸਾ ਕੀਤੀ ਜਾਵੇ ਤਾਂ ਭਾਵੇਂ ਉਹ ਵਿਅਕਤੀ ਉਹੋ ਜਿਹਾ ਨਾ ਹੋਵੇ ਜਿਹੋ ਜਿਹਾ ਉਸ ਨੂੰ ਪ੍ਰਸ਼ੰਸਾ ਰਾਹੀਂ ਦਰਸਾਇਆ ਗਿਆ ਹੋਵੇ, ਪਰ ਉਹ ਉਹੋ ਜਿਹਾ ਬਣਨ ਦਾ ਕੁਝ ਯਤਨ ਜ਼ਰੂਰ ਕਰਦਾ ਹੈ। ਯੋਗ ਪ੍ਰਸ਼ੰਸਾ ਨਾਲ ਅਸੀਂ ਵਧੇਰੇ ਤਤਪਰ ਅਤੇ ਕਾਰਜਸ਼ੀਲ ਹੁੰਦੇ ਹਾਂ। ਅਯੋਗ ਪ੍ਰਸ਼ੰਸਾ ਨਾਲ ਅਸੀਂ ਘਮੰਡ ਅਤੇ ਆਡੰਬਰ ਦਾ ਸ਼ਿਕਾਰ ਹੋ ਜਾਂਦੇ ਹਾਂ। ਸਭ ਤੋਂ ਉੱਚੀ ਕਿਸਮ ਦੀ ਪ੍ਰਸ਼ੰਸਾ ਉਹ ਹੈ ਜਿਸ ਵਿੱਚ ਅਰਦਾਸ ਵਾਲੀ ਗੰਭੀਰਤਾ ਹੋਵੇ, ਜਿਹੜੀ ਸਾਡੀ ਆਤਮਾ ਨਾਲ ਇੱਕ ਸੁਰ ਹੋਵੇ। ਬਹੁਤੇ ਲੋਕਾਂ ਵਿੱਚ ਪ੍ਰਸ਼ੰਸਾ ਕਰਨ ਦਾ ਹੁਨਰ ਨਹੀਂ ਹੁੰਦਾ। ਉਹ ਚਾਪਲੂਸੀ ਜਾਂ ਵਿਅੰਗ ਕਰ ਰਹੇ ਹੁੰਦੇ ਹਨ। ਜਿਵੇਂ ਘਿਸਰ ਕੇ ਲੰਘਣ ਵਾਲੇ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਸੁਭਾਵਿਕ ਹੀ ਘਿਸਰ ਗਿਆ ਹੈ ਜਾਂ ਉਸਨੇ ਜਾਣ ਕੇ ਅਜਿਹਾ ਕੀਤਾ ਹੈ, ਉਵੇਂ ਹੀ ਪ੍ਰਸ਼ੰਸਾ ਦੀ ਸ਼ਬਦਾਵਲੀ ਤੋਂ ਸਾਨੂੰ ਸਪਸ਼ਟ ਪਤਾ ਲੱਗ ਜਾਂਦਾ ਹੈ ਕਿ ਪ੍ਰਸ਼ੰਸਾ ਸੁਭਾਵਿਕ ਹੈ ਜਾਂ ਬਨਾਵਟੀ ਭਰੀ ਨੁਮਾਇਸ਼ ਹੈ। ਜਦੋਂ ਤੁਸੀਂ ਕੁਝ ਬਣੋਗੇ ਤਾਂ ਤੁਹਾਡੇ ਪੈਰੀ ਹੱਥ ਲਾਉਣ ਵਾਲੇ ਕਈ ਭਾਣਜੇ ਭਤੀਜੇ ਉਪਜ ਪੈਣਗੇ। ਜਦੋਂ ਤੁਸੀਂ ਕਿਸੇ ਅਹੁਦੇ 'ਤੇ ਲੱਗੋਗੇ ਤਾਂ ਕਈ ਅਜਨਬੀ ਤੁਹਾਡੇ ਨਾਲ ਆਪਣੀਆਂ ਰਿਸ਼ਤੇਦਾਰੀਆਂ ਉਸਾਰ ਲੈਣਗੇ। ਜਿਹੜਾ ਲੋੜ ਨਾਲੋਂ ਵਧੇਰੇ ਅਤੇ ਤੁਹਾਡੇ ਸਾਹਮਣੇ ਪ੍ਰਸ਼ੰਸਾ ਕਰਦਾ ਹੈ ਉਹ ਤੁਹਾਡੀ ਪਿੱਠ ਪਿੱਛੇ ਜ਼ਰੂਰ ਤੁਹਾਡੀ ਨਿੰਦਾ ਵੀ ਕਰੇਗਾ। ਪ੍ਰਸ਼ੰਸਾ ਸਾਡੇ ਸਮੁੱਚੇ ਵਰਤਾਰੇ ਵਿੱਚ ਹੋਣੀ ਚਾਹੀਦੀ ਹੈ। ਉਹ ਪ੍ਰਸ਼ੰਸਾ ਨਹੀਂ ਹੁੰਦੀ ਜਿਹੜੀ ਬੋਲਣੀ ਪਵੇ। ਜਿਵੇਂ ਘੁੰਡ ਵਿਚਲਾ ਚਿਹਰਾ ਵਧੇਰੇ ਸੁੰਦਰ ਪ੍ਰਤੀਤ ਹੁੰਦਾ ਹੈ, ਉਵੇਂ ਹੀ ਲੁਕੀ ਹੋਈ ਪ੍ਰਸ਼ੰਸਾ ਵਧੇਰੇ ਕਾਰਗਰ ਹੁੰਦੀ ਹੈ। ਪ੍ਰਸ਼ੰਸਾ ਸੱਚੀ ਉਹ ਹੈ ਜਿਹੜੀ ਕਰਨ ਲਈ ਅਸੀਂ ਤਰਲੋ ਮਸ਼ੀ ਹੋ ਜਾਈਏ ਅਤੇ ਪ੍ਰਸ਼ੰਸਾ ਕਰਨੀ ਸਾਡੀ ਆਪਣੀ ਜ਼ਰੂਰਤ ਬਣ ਜਾਵੇ। ਜਦੋਂ ਅਸੀਂ ਰੱਬ ਦੀ ਪ੍ਰਸ਼ੰਸਾ ਕਰਦੇ ਹਾਂ ਉਹ ਪ੍ਰਸ਼ੰਸਾ ਅਰਦਾਸ ਬਣ ਜਾਂਦੀ ਹੈ ਅਤੇ ਸਾਨੂੰ ਆਨੰਦ ਮਿਲਦਾ ਹੈ। ਇਹ ਸਾਡੀ ਆਦਤ ਬਣ ਜਾਂਦੀ ਹੈ ਕਿ ਕਿਸੇ ਦੀ ਪ੍ਰਸ਼ੰਸਾ ਕਰਨ ਲਈ ਅਸੀਂ ਉਹੀ ਉਪਮਾਵਾਂ ਅਤੇ ਵਿਸ਼ੇਸ਼ਣ ਵਰਤ ਲੈਂਦੇ ਹਾਂ ਜਿਹੜੇ ਆਮ ਕਰਕੇ ਰੱਬ ਲਈ ਵਰਤੇ ਜਾਂਦੇ ਹਨ। ਸੱਚੀ ਅਤੇ ਸੁੱਚੀ ਪ੍ਰਸ਼ੰਸਾ ਕਰਨੀ ਸਾਡੀ ਮਾਨਸਿਕ ਅਮੀਰੀ ਦਾ ਪ੍ਰਮਾਣ ਹੁੰਦੀ ਹੈ।
ਅਤੇ ਇਸ ਪੱਖ ਤੋਂ ਕੋਈ ਹੀ ਅਮੀਰ ਹੁੰਦਾ ਹੈ। ਹਾਕਮਾਂ ਅਤੇ ਅਮੀਰਾਂ ਤੋਂ ਡਰਨ ਵਾਲੇ ਤਾਂ ਅਨੇਕਾਂ ਹੁੰਦੇ ਹਨ, ਪਰ ਉਹਨਾਂ ਦਾ ਪ੍ਰਸ਼ੰਸਕ ਕੋਈ ਨਹੀਂ ਹੁੰਦਾ। ਡਰ ਕੇ ਕੀਤੀ ਹੋਈ ਪ੍ਰਸ਼ੰਸਾ ਕੋਈ ਅਰਥ ਨਹੀਂ ਰੱਖਦੀ। ਦੂਜੇ ਪਾਸੇ ਮਹਾਨ ਕਾਰਨਾਮਿਆਂ ਦੀ ਪ੍ਰਸ਼ੰਸਾ ਕਰਕੇ ਹੀ ਅਸੀਂ ਉਹਨਾਂ ਵਿੱਚ ਸ਼ਾਮਲ ਹੋ ਸਕਦੇ ਹਾਂ। ਪ੍ਰਸ਼ੰਸਾ ਅਗਿਆਨਤਾ ਉੱਤੇ ਆਧਾਰਿਤ ਨਹੀਂ ਹੋਣੀ ਚਾਹੀਦੀ। ਮਹਾਨ ਵਿਅਕਤੀ ਉਹਨਾਂ ਨੂੰ ਵਕਤ ਬਰਬਾਦ ਕਰਨ ਵਾਲੇ ਸਮਝਦੇ ਹਨ ਜਿਹੜੇ ਅਗਿਆਨਤਾ ਵੱਸ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਨ। ਪ੍ਰਸ਼ੰਸਾ ਕਰਨੀ ਬੜੀ ਸੂਝ ਅਤੇ ਸਿਆਣਪ ਵਾਲਾ ਹੁਨਰ ਹੈ। ਕਿਸੇ ਨੀਚ ਵਿਅਕਤੀ ਦੀ ਸਹਾਇਤਾ ਕਰਨੀ ਪ੍ਰਸ਼ੰਸਾਯੋਗ ਹੈ, ਪਰ ਅਜਿਹੇ ਕਿਸੇ ਵਿਅਕਤੀ ਤੋਂ ਪ੍ਰਸ਼ੰਸਾ ਕਰਵਾਉਣੀ ਪ੍ਰਸ਼ੰਸਾਯੋਗ ਨਹੀਂ ਹੁੰਦੀ। ਕਿਸੇ ਮਾਲਕ ਦੀ ਅਸਲ ਪ੍ਰਸ਼ੰਸਾ ਉਹ ਹੁੰਦੀ ਹੈ ਜਿਹੜੀ ਮਾਲਕ ਦੀ ਪਿੱਠ ਪਿੱਛੇ ਸਭ ਤੋਂ ਘੱਟ ਤਨਖਾਹ ਲੈਣ ਵਾਲਾ ਕਰਮਚਾਰੀ ਕਰੇ। ਬਹੁਤੇ ਲੋਕ ਕਿਸੇ ਮਹਾਨ ਵਿਅਕਤੀਆਂ ਨੂੰ ਸ਼ਰਧਾਂਜਲੀਆਂ ਦਿੰਦਿਆਂ ਅਸਲ ਵਿੱਚ ਆਪਣੀ ਪ੍ਰਸ਼ੰਸਾ ਦੇ ਕਾਰਜ ਵਿੱਚ ਰੁੱਝ ਜਾਂਦੇ ਹਨ। ਅਜਿਹੇ ਵਿਅਕਤੀ ਆਪਣੇ ਆਪ ਦੀ ਮਾਲਿਸ਼ ਕਰਨ ਦੇ ਆਦੀ ਹੁੰਦੇ ਹਨ। ਪ੍ਰਸ਼ੰਸਾ ਅਤੇ ਝੋਲੀ ਚੁੱਕਣ ਵਿੱਚ ਸਹਿਰਦਤਾ ਅਤੇ ਸਵਾਰਥ ਵਾਲਾ ਅੰਤਰ ਹੈ। ਝੋਲੀ ਚੁੱਕਣ ਵਾਲੇ ਦੇ ਚਿਹਰੇ ਉੱਤੇ ਬੇਸ਼ਰਮੀ ਦੇ ਅਨੇਕਾਂ ਰੰਗ ਉੱਭਰਦੇ ਹਨ। ਅਜਿਹੇ ਵਿਅਕਤੀ ਦਿਨ ਦਿਹਾੜੇ ਡਾਕਾ ਮਾਰਦੇ ਹਨ, ਕਿਉਂਕਿ ਅਜਿਹੇ ਲੋਕ ਮਨੁੱਖੀ ਸਮਾਜ ਨੂੰ ਲੱਗੀ ਸਿਉਂਕ ਹੁੰਦੇ ਹਨ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਪ੍ਰਸ਼ੰਸਾ ਦੇ ਯੋਗ ਹਾਂ ਜਾਂ ਝੋਲੀ ਚੁੱਕੇ ਜਾਣ ਦੇ। ਝੋਲੀ ਚੁੱਕ ਸਾਡਾ ਵਿਕਾਸ ਰੋਕ ਦਿੰਦੇ ਹਨ ਅਤੇ ਸਾਡਾ ਕੱਦ ਆਪਣੇ ਕੱਦ ਦੇ ਬਰਾਬਰ ਕਰ ਲੈਂਦੇ ਹਨ। ਇਵੇਂ ਹੀ ਚਾਪਲੂਸੀ ਕਰਨ ਵਾਲੇ ਹੋਰ ਭਾਵੇਂ ਕੁਝ ਹੋਣ, ਕਿਸੇ ਦੇ ਮਿੱਤਰ ਨਹੀਂ ਹੋ ਸਕਦੇ। ਚਾਪਲੂਸ ਬੰਦ ਦਰਵਾਜ਼ਿਆਂ ਵਿੱਚੋਂ ਵੀ ਲੰਘ ਜਾਂਦੇ ਹਨ। ਇਤਿਹਾਸ ਦੇ ਕਈ ਦੁਖਾਂਤ ਝੋਲੀ ਚੁੱਕਾਂ ਅਤੇ ਚਾਪਲੂਸਾਂ ਦੀ ਦੇਣ ਸਨ। ਡੂੰਘੀ, ਵਿਸ਼ਾਲ ਅਤੇ ਸਦੀਵੀ ਪ੍ਰਸ਼ੰਸਾ ਉਹ ਖੁਸ਼ੀ ਹੁੰਦੀ ਹੈ ਜਿਹੜੀ ਸਾਨੂੰ ਮਿਹਨਤ ਨਾਲ ਕੀਤੇ ਆਪਣੇ ਕੰਮਾਂ ਵਿੱਚੋਂ ਪ੍ਰਾਪਤ ਹੋਵੇ। ਕਿਸੇ ਵਿਅਕਤੀ ਵੱਲੋਂ ਕੀਤੀ ਜਾਣ ਵਾਲੀ ਪ੍ਰਸ਼ੰਸਾ ਦਾ ਮੁੱਲ ਉਸ ਵੱਲੋਂ ਆਪਣੇ ਕੰਮ ਪ੍ਰਤੀ ਸਹਿਰਦਤਾ ਦੇ ਅਨੁਪਾਤ ਵਿੱਚ ਹੁੰਦਾ ਹੈ। ਜਿਵੇਂ ਪਰਛਾਵੇਂ ਨਾਲ ਕਿਸੇ ਵਿਅਕਤੀ ਦਾ ਅਸਲ ਕੱਦ ਨਾ ਵੱਧਦਾ ਹੈ ਨਾ ਘਟਦਾ ਹੈ, ਉਵੇਂ ਹੀ ਆਪਣੇ ਕੰਮ ਵਿੱਚੋਂ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੇ ਵਿਅਕਤੀ ਕਿਸੇ ਦੀ ਪ੍ਰਸ਼ੰਸਾ ਜਾਂ ਨਿੰਦਾ ਦੀ ਪਰਵਾਹ ਨਹੀਂ ਕਰਦੇ। ਪ੍ਰਸ਼ੰਸਾ ਬਹਾਦਰੀ ਅਤੇ ਤਿਆਗ ਦੇ ਜਜ਼ਬੇ ਵਿੱਚ ਉਪਜਦੀ ਹੈ। ਬਹਾਦਰੀ ਸ਼ਖਸੀਅਤ ਦਾ ਉਹ ਲੱਛਣ ਹੁੰਦਾ ਹੈ ਜਿਸ ਦੀ ਦੁਸ਼ਮਣ ਵੀ ਪ੍ਰਸ਼ੰਸਾ ਕਰਦਾ। ਬਹਾਦਰ ਸਦਾ ਪ੍ਰਸੰਨ ਹੁੰਦੇ ਹਨ ਅਤੇ ਪ੍ਰਸੰਨਤਾ ਮਨ ਦੀ ਅਮੀਰੀ ਹੁੰਦੀ ਹੈ, ਜਿਹੜੀ ਉਹ ਕੰਮ ਕਰਦਿਆਂ ਮਿਲਦੀ ਹੈ ਜਿਸ ਨੂੰ ਕਰਨ ਦੀ ਮਜਬੂਰੀ ਨਹੀਂ ਹੁੰਦੀ, ਪਰ ਫਿਰ ਵੀ ਉਸ ਨੂੰ ਪ੍ਰਸੰਨ ਚਿੱਤ ਨਾਲ ਕੀਤਾ ਜਾਂਦਾ ਹੈ। ਪ੍ਰਸ਼ੰਸਾਯੋਗ ਬਹਾਦਰ ਵਿਅਕਤੀ ਉਹ ਹੁੰਦਾ ਹੈ ਜਿਹੜਾ ਨਿਹੱਥੇ ਬਹਾਦਰ ਦੁਸ਼ਮਣ ਨੂੰ ਜੰਗ ਦੇ ਮੈਦਾਨ ਵਿੱਚ ਆਪਣੀ ਤਲਵਾਰ ਉਧਾਰੀ ਦੇ ਦੇਵੇ। ਉਹ ਵਿਅਕਤੀ ਪ੍ਰਸ਼ੰਸਾਯੋਗ ਹੁੰਦਾ ਹੈ ਜਿਸ ਦੀ ਹਾਜ਼ਰੀ ਵਿੱਚ ਸਾਨੂੰ ਆਪਣਾ ਆਪ ਚੰਗਾ ਲੱਗੇ ਅਤੇ ਜਿਸ ਨੂੰ ਵੇਖ ਕੇ ਮਿਲ ਕੇ ਸਾਡੀਆਂ ਸਾਰੀਆਂ ਭੁੱਖਾਂ ਮਿਟ ਜਾਣ। ਕੀ ਤੁਸੀਂ ਪ੍ਰਸ਼ੰਸਾਯੋਗ ਹੋ? ਸੋ ਦੋਸਤੋ, ਇਸ ਦੇ ਨਾਲ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਕਿਸੇ ਨਵੇਂ ਲੇਖ ਦੇ ਨਾਲ। ਧੰਨਵਾਦ।